ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਕਿਵੇਂ ਸਾਡਾ ਮਨ ਪਰਮਾਤਮਾ ਵਾਹਿਗੁਰੂ ਤੋਂ ਵਿਛੜੀ ਹੈ, ਕਿਵੇਂ ਹੁਣ ਅਸੀਂ ਵਾਪਸ ਫਿਰ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ। ਇਹ ਹੁਣ ਪਰਮਾਤਮਾ ਨੂੰ ਜੋ ਮਿਲਾਪ ਦਾ ਰਸਤਾ ਹੈ, ਇਹਨੂੰ ਕਹਿੰਦੇ ਨੇ ਪੰਥ। ਪੰਥ ਹੁੰਦਾ ਰਾਹ, ਰਸਤਾ। ਹੁਣ ਜਦੋਂ ਅਸੀਂ ਸੰਗਤ ਕਰਦੇ ਹਾਂ, ਸਾਨੂੰ ਸੋਝੀ ਆਉਂਦੀ ਬਈ ਇਹ ਸੰਸਾਰ ਦੇ ਵਿੱਚ ਅਸੀਂ ਕਾਹਦੇ ਵਾਸਤੇ ਆਏ ਹਾਂ, ਸਾਨੂੰ ਇਹ ਮਾਨ ਸਜਾਮਾ ਕਾਹਦੇ ਵਾਸਤੇ ਮਿਲੇ ਹੈ। ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਵਾਸਤੇ। ਜਦੋਂ ਫਿਰ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਸਾਡੀ ਜਿਹੜੀ ਸੁਰਤੀ ਹੈ, ਸਾਡਾ ਮਨ ਇਹ ਵੈਰਾਗੀ ਹੋ ਜਾਂਦਾ। ਵੈਰਾਗੀ ਫੇਰ ਹੀ ਹੁੰਦਾ ਜਦੋਂ ਇਹ ਨਿਰਮਲ ਹੁੰਦਾ, ਜਦੋਂ ਇਹਦੀ ਮੈਲ ਲੱਥਦੀ। ਫਿਰ ਵੈਰਾਗੀ ਹੋਈ ਹੋਈ ਸੁਰਤੀ ਪਰਮਾਤਮਾ ਦਾ ਰਾਹ ਤੱਕਦੀ ਹੈ ਵੀ ਕਦੋਂ ਉਹ ਮਾਲਕ ਪ੍ਰੀਤਮ ਮੇਰੇ ਹਿਰਦੇ ਘਰ ਦੇ ਵਿੱਚ ਆਵੇ। ਉਹ
ਉਹਦੇ ਵਾਸਤੇ ਫਿਰ ਬੇਨਤੀਆਂ ਜੋਦੜੀਆਂ। ਜਿਸ ਵਰਤਾਏ ਮਹਾਰਾਜ ਫਰਮਾਉਂਦੇ ਨੇ, ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੈ ਉਸਾਸਾ, ਔਰ ਨਾ ਭੀਜੇ ਪਗ ਨਾ ਖਿਸੇ, ਹਰ ਦਰਸ਼ਨ ਕੀ ਆਸਾ। ਬਈ ਆਪਦੇ ਪਤੀ ਪਰਮੇਸ਼ਰ ਨੂੰ ਸੁਰਤੀ ਉਡੀਕਦੀ, ਰਾਹ ਤੱਕਦੀ ਵੀ ਕਦੋਂ ਮੇਰਾ ਉਹ ਪਤੀ ਪਰਮੇਸ਼ਰ ਮੇਰੇ ਹਿਰਦੇ ਘਰ ਦੇ ਵਿੱਚ ਆਵੇ, ਕਦੋਂ ਅੰਦਰ ਪ੍ਰਗਟ ਹੋਵੇ। ਉਹਦੇ ਵਾਸਤੇ ਫਿਰ ਉਹ ਔਸੀਆਂ ਪਾਉਂਦੀ, ਜਿਵੇਂ ਅੱਗੇ ਕਾਂਡ ਆਉਂਦੇ ਹੁੰਦੇ ਸੀ ਵੀ ਕਾਂ ਨੂੰ ਉਡਾਉਣਾ ਅਤੇ ਦੇਖਣਾ ਵੀ ਆਪਣੇ ਘਰ 'ਚ ਵੀ ਕੋਈ ਰਿਸ਼ਤੇਦਾਰ ਪ੍ਰਾਹੁਣਾ ਆਉਣ। ਇਸੇ ਤਰ੍ਹਾਂ ਹੀ ਫਿਰ ਕਹਿੰਦੇ ਉੱਡੋ ਨਾ ਕਾਗਾ ਕਾਰੇ, ਬੇਗਮ ਲੀਜੇ ਆਪਣੇ ਰਾਮ ਪਿਆਰੇ। ਬਈ ਜੇ ਕਾਂ ਉੱਡੇ ਤੇ ਭਲਾ ਮੈਂ ਛੇਤੀ ਆਪਦੇ ਉਸ ਪਿਆਰੇ ਨੂੰ, ਪ੍ਰੀਤਮ ਨੂੰ ਮਿਲ ਲਵਾਂ। ਹੁਣ ਇਹ ਤਾਂ ਹੀ ਹੈ ਵੀ ਇਹ ਅਵਸਥਾ, ਜੇ ਸਾਡੇ ਅੰਦਰ ਵਿਰਾਗ ਹੈ, ਜੇ ਸਾਡੇ ਅੰਦਰ ਤੜਫ ਹੈ, ਫਿਰ ਤਾਂ ਅਸੀਂ ਉਹ ਮਾਲਕ ਦਾ ਰਾਹ ਤੱਕਦੇ ਹਾਂ। ਅਤੇ ਜੇ ਹੁਣ ਸਾਡਾ ਮਨ ਮੈਲਾ ਹੈ, ਫਿਰ ਮੈਲਾ ਮਨ ਇਹ ਵਿਰਾਗੀ ਨਹੀਂ ਹੁੰਦਾ, ਫਿਰ ਇਹਦੇ ਅੰਦਰ ਕੋਈ ਤੜਫ ਨਹੀਂ ਮਾਲਕ ਨੂੰ ਮਿਲਣ ਦੀ। ਫਿਰ ਮਹਾਰਾਜ ਇਸ ਲਈ ਸਮਝਾਉਂਦੇ ਬਈ ਜੇ ਸਾਡਾ ਮਨ ਮੈਲਾ ਹੈ, ਫਿਰ ਸਾਰਾ ਕੁਛ ਹੀ ਮੈਲਾ ਹੈ। ਮਨ ਮੈਲੇ ਤਾਂ ਸਭ ਕੁਛ ਮੈਲਾ। ਹੁਣ ਇਹ ਮਨ ਸਾਡਾ ਕਿਵੇਂ ਨਿਰਮਲ ਹੋਵੇ, ਕਿਵੇਂ ਇਹਦੀ ਮੈਲ ਲੱਥੇ, ਉਹਦੇ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਇਹ ਉਪਦੇਸ਼ ਦਿੰਦੇ ਨੇ ਬਈ ਅਸੀਂ ਸੰਗਤ ਕਰਕੇ, ਸਿਮਰਨ ਅਭਿਆਸ ਕਰਕੇ ਮਨ ਦੀ ਮੈਲ ਲਾ ਸਕਦੇ। ਹੁਣ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਨਹੀਂ ਮਿਲਦੀ। ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਮਨ ਹੈ ਉਹ ਮੈਲ ਦੇ ਨਾਲ ਭਰਿਆ ਰਹਿੰਦਾ, ਹਉਮੈ ਹੰਕਾਰ ਦੇ ਨਾਲ। ਸਤਿਗੁਰੂ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੇ ਜੀਓ। ਸਤ ਸੰਗਤ ਤੋਂ ਬਿਨਾਂ ਮਨ ਹੈ ਜਿਹੜਾ ਇਹ ਸ਼ੁੱਧ ਨਹੀਂ ਹੋ ਸਕਦਾ, ਧੋਤਾ ਨਹੀਂ ਜਾ ਸਕਦਾ। ਸਤ ਸੰਗਤ ਨੂੰ ਸਤ ਸਰ ਸਰੋਵਰ ਦਾ ਨਾਮ ਦਿੱਤਾ, ਜਿਸੇ ਆ ਕੇ ਸਾਡੇ ਮਨ ਦੀ ਸਾਰੀ ਮੈਲ ਹੈ ਜਿਹੜੀ ਇਹ ਲੱਥ ਜਾਂਦੀ। ਹੁਣ ਇਸ ਵਾਸਤੇ ਫਿਰ ਜਿਹਨਾਂ ਨੂੰ ਸਤ ਸੰਗਤ ਮਿਲ ਜਾਂਦੀ, ਉਹ ਮਨ ਨਿਰਮਲ ਹੋ ਜਾਂਦੇ, ਉਹ ਮਨ ਤਰ ਜਾਂਦੇ। ਮਹਾਰਾਜ ਫਰਮਾਉਂਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਈ ਜਿਹਨਾਂ ਨੂੰ ਸਤ ਸੰਗਤ ਮਿਲ ਜਾਂਦੀ ਉਹ ਤਰ ਜਾਂਦੀ। ਸਤ ਸੰਗਤ ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ ਹੋਵੇ, ਜਿਸੇ ਕੋਈ ਵੈਰ ਵਿਰੋਧ ਦੀ ਗੱਲ ਨਹੀਂ, ਕਿਸੇ ਨਾਲ ਕੋਈ ਈਰਖਾ ਕੋਈ ਨਫ਼ਰਤ ਦੀ ਗੱਲ ਨਹੀਂ, ਕੋਈ ਹਉਮੈ ਹੰਕਾਰ ਦੀ ਗੱਲ ਨਹੀਂ, ਸਿਰਫ ਤੇ ਸਿਰਫ ਮਾਲਕ ਦੇ ਪਰਮੇਸ਼ਰ ਦੇ ਜਿੱਥੇ ਗੁਣ ਗਾਈ ਜਾਂਦੇ, ਉਹਨੂੰ ਸਤ ਸੰਗਤ ਦਿੰਦੀ। ਮਹਾਰਾਜ ਕਹਿੰਦੇ ਸਤ ਸੰਗਤ ਤਹਾਂ ਕਾ ਨਾਉ, ਕੇਵਲ ਪਾਰ ਬ੍ਰਹਮ ਗੁਣ ਗਾਓ। ਬਈ ਸਤ ਸੰਗਤ ਉਸ ਸਥਾਨ ਦਾ ਨਾਂ ਹੈ ਜਿੱਥੇ ਕੇਵਲ ਤੇ ਕੇਵਲ ਪਰਮਾਤਮਾ ਦੇ ਗੁਣ ਗਾਏ ਜਾਂਦੇ, ਜਿੱਥੇ ਕੋਈ ਸੰਸਾਰ ਦੀ ਗੱਲ ਨਹੀਂ ਚੱਲਦੀ, ਕੋਈ ਦੁਨਿਆਵੀ ਦ੍ਰਿਸ਼ਟਮਾਨ ਦੀ ਗੱਲ ਨਹੀਂ,
ਜਿਸੇ ਕੇਵਲ ਤੇ ਕੇਵਲ ਮਾਲਕ ਪਰਮੇਸ਼ਰ ਦੀ ਗੱਲ ਹੈ। ਤੇ ਜੋ ਪਰਮੇਸ਼ਰ ਹੈ ਉਹਦਾ ਕੋਈ ਰੂਪ ਰੰਗ, ਉਹਦਾ ਕੋਈ ਰੇਖ ਭੇਖ ਨਹੀਂ ਹੈ, ਉਹਦੀ ਕੋਈ ਜਾਤ ਪਾਤ ਨਹੀਂ। ਮਾਲਕ ਨਰੋਲ ਪ੍ਰਕਾਸ਼, ਜੋ ਆਪਾਂ ਨੂੰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰ ਜੀ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਚ। ਬਈ ਜੋ ਮਾਲਕ ਹੈ ਉਹਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਉਹਦੀ ਕੋਈ ਜਾਤ ਪਾਤ, ਉਹ ਨਰੋਲ ਪ੍ਰਕਾਸ਼। ਹੁਣ ਆਪਾਂ ਮਾਲਕ ਨੂੰ ਮਿਲਣਾ ਜਿਹਦਾ ਕੋਈ ਰੂਪ ਰੰਗ ਰੇਖ ਭੇਖ। ਹੁਣ ਉਹ ਫਿਰ ਕਿੱਥੇ ਵੱਸਦਾ ਹੈ, ਉਹਦਾ ਭੇਦ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਸਾਧੂਆਂ ਨੇ ਦਿੱਤਾ। ਮਾਲਕ ਨੂੰ, ਪਰਮੇਸ਼ਰ ਨੂੰ ਕੋਈ ਸਿੱਧਾ ਨਹੀਂ ਜਾਣ ਸਕਦਾ, ਕਿਉਂਕਿ ਅਦਿੱਖ ਹੈ, ਸਾਡੀ ਪਹੁੰਚ ਤੋਂ ਪਰੇ। ਹੁਣ ਉਹ ਸੂਖਮ ਹੈ, ਉਹਨੂੰ ਕਿਵੇਂ ਮਿਲਿਆ ਜਾ ਸਕਦਾ, ਕਿਹੜੀ ਵਿਧੀ ਦੁਆਰਾ ਮਿਲਿਆ ਜਾ ਸਕਦਾ। ਫਿਰ ਸਾਨੂੰ ਸਮਝਾਉਂਦੇ ਵੀ ਸਾਡੇ ਤੇ ਮਾਲਕ ਦੇ ਵਿੱਚ ਜਿਹੜਾ ਪੜਦਾ ਹੈ ਉਹ ਭਰਮ ਦਾ ਹੈ, ਵਿਚਾਰਾਂ ਦਾ, ਫੁਰਨਿਆਂ ਦਾ, ਆਪਦੀ ਮੱਤ ਦਾ। ਹੁਣ ਜੇ ਅਸੀਂ ਗੁਰੂ ਦੇ ਸ਼ਬਦ ਦੁਆਰਾ ਸਿਮਰਨ ਕਰਕੇ ਭਰਮ ਨੂੰ ਮਿਟਾ ਲਈਏ, ਵਿਚਾਰਾਂ ਨੂੰ ਖਤਮ ਕਰ ਦਈਏ, ਫਿਰ ਅਚਿੰਤ ਹੀ ਮਾਲਕ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਹਰ ਜੀ ਸੂਖਮ ਅਗੰਮ ਹੈ, ਕਹਿਤ ਵਿਦ ਮਿਲਿਆ ਜਾਏ। ਗੁਰ ਕੇ ਸ਼ਬਦ ਭਰਮ ਕੱਟੀਏ, ਅਚਿੰਤ ਵਸੀ ਮਨ ਆਏ। ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਮੱਤ ਦੁਆਰਾ ਅਸੀਂ ਇਹ ਭਰਮ ਨੂੰ ਖਤਮ ਕਰਨਾ। ਭਰਮ ਕੀ ਹੈ? ਵਿਚਾਰ। ਭਰਮ ਕੀ ਹੈ? ਸਾਡੀ ਆਪਣੀ ਮੱਤ। ਸਾਡੀ ਆਪਣੀ ਮੱਤ ਹੀ ਸਾਨੂੰ ਭਰਮ 'ਚ ਰੱਖਦੀ, ਅਤੇ ਉਹਦੇ ਵਾਸਤੇ ਫਿਰ ਆਪਦੀ ਮੱਤ ਨੂੰ ਛੱਡਣ ਲਈ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਉਹਦੇ ਵਾਸਤੇ ਫਿਰ ਇਹ ਆਪਾਂ ਅਭਿਆਸ ਕਰਦੇ ਹਾਂ ਵੀ ਸਾਡੀ ਮੱਤ ਖਤਮ ਹੋ ਜੇ, ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਜੀ। ਮਹਾਰਾਜ ਇਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਸਿਮਰਨ ਕਰੋ ਅਤੇ ਫਿਰ ਤੁਹਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ। ਫਰਮਾਉਂਦੇ ਨੇ, ਮਨ ਕੀ ਮੱਤ ਤਿਆਗੋ ਹਰਿ ਜਨ, ਇਹਾਂ ਵਾਚਕ ਠਹਿਨੀ ਆਂਦਨ ਹਰਿ ਹਰਿ ਨਾਮ ਧਿਆਵੋ। ਗੁਰ ਸਤਿਗੁਰ ਕੀ ਮੱਤ ਲੈਣੀ। ਹੁਣ ਜੇ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਅਤੇ ਸਾਨੂੰ ਸਿਮਰਨ ਕਰਨਾ ਪੈਣਾ। ਸਿਮਰਨ ਕਰਕੇ ਸਾਨੂੰ ਇਹ ਭਰਮ ਨੂੰ ਖਤਮ ਕਰਨਾ ਪੈਣਾ, ਕਿਉਂਕਿ ਇਹ ਜੋ ਘਰ ਹੈ ਗੁਰੂ ਨਾਨਕ ਦਾ, ਇਹ ਨੀਵਿਆਂ ਦਾ, ਨਿਮਾਣਿਆਂ 'ਚ। ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ, ਓਨਾ ਹੀ ਸਾਡਾ ਮਨ ਆਤਮਿਕ ਤੌਰ 'ਤੇ ਅੰਦਰੋਂ ਉੱਚਾ ਹੋ ਜਾਏਗਾ। ਮਹਾਰਾਜ ਫਰਮਾਉਂਦੇ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਬਈ ਜਿਹੜਾ ਆਪਦੇ ਆਪ ਨੂੰ ਨੀਵਾਂ ਸਮਝਦਾ, ਉਹ ਆਤਮਿਕ ਤੌਰ 'ਤੇ ਉੱਚਾ ਹੋ ਜਾਂਦਾ। ਹੁਣ ਜੇ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਸਾਡਾ ਭਰਮ ਖਤਮ ਹੋ ਜੇ, ਫਿਰ ਸਾਨੂੰ ਕਹਿੰਦੇ ਵੀ ਮਨ ਕਰਕੇ ਇੰਨੇ ਨੀਵੇਂ ਹੋ ਜਾਓ, ਜਿਵੇਂ ਰਸਤੇ ਵਿੱਚ ਕੋਈ ਰੋੜਾ ਪਿਆ ਹੁੰਦਾ, ਰੋੜੇ ਨੂੰ ਕੋਈ ਜਿਵੇਂ ਮਰਜ਼ੀ ਇੱਧਰ ਉੱਧਰ ਛੁਰੀ ਚੱਲੇ, ਉਹਦੇ ਮਾਰੀ ਚੱਲੇ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਜੇ ਸਾਡਾ ਮਨ ਵੀ ਉਹਦੇ ਵਾਂਗੂ ਇੰਨਾ ਨੀਵਾਂ ਹੋ ਜੇ,
ਜੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ। ਸਤਿਗੁਰੂ ਫਰਮਾਉਂਦੇ, ਕਬੀਰ ਰੋੜਾ ਹੋਏ ਰਹੁ ਬਾਟਕ, ਤਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਬਈ ਭਗਵਾਨ ਫੇਰ ਮਿਲਦਾ ਜੇ ਉਹਦਾ ਦਾਸ ਇੱਦੋਂ ਦਾ ਹੋ ਜਾਵੇ। ਫਿਰ ਮਨ ਨੂੰ ਜਦੋਂ ਹੋਰ ਸਹਿਜ ਵਿੱਚ ਲੈ ਕੇ ਗਏ ਤੇ ਦੇਖਿਆ ਵੀ ਰੋੜੇ ਤੇ ਤਾਂ ਕੋਈ ਅਸਰ ਨਹੀਂ ਹੁੰਦਾ। ਹੋ ਸਕਦਾ ਕੋਈ ਰਾਹਗੀਰ ਜੀਵ ਚੱਲ ਰਿਹਾ, ਉਹਦੇ ਪੈਰ ਨੂੰ ਠੋਕਰ ਲੱਗੇ ਤੇ ਉਹਦਾ ਮਨ ਮਹਿਸੂਸ ਕਰੇ, ਉਹਦਾ ਮਨ ਦੁਖੀ ਹੋਵੇ। ਬਈ ਰੋੜੇ ਵਰਗਾ ਵੀ ਹੋਣਾ ਠੀਕ ਨਹੀਂ। ਰੋੜੇ ਤੋਂ ਥੱਲੇ ਮਿੱਟੀ ਖੇ। ਜੇ ਅਸੀਂ ਮਨ ਨੂੰ ਮਿੱਟੀ ਵਰਗੇ ਕਰ ਲਈਏ, ਖੇ ਵਰਗੇ, ਜਿਵੇਂ ਮਰਜ਼ੀ ਕੋਈ ਲੜਤਾੜੀ ਚੱਲੇ, ਉਹਦੇ 'ਤੇ ਅਸਰ ਨਹੀਂ ਹੁੰਦਾ। ਫਿਰ ਅਸੀਂ ਮਾਲਕ ਨੂੰ ਮਿਲ ਸਕਦੇ। ਮਾਰੇ ਫਰਮਾਉਂਦੇ, ਕਬੀਰ ਰੋੜਾ ਹੁਆ ਤਾਂ ਕਿਆ ਭਏ, ਪਾਂਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਮਿੱਟੀ ਵਰਗਾ ਮਨ ਹੋ ਜੀ, ਖੇ ਵਰਗਾ ਹੋ ਜੀ। ਫਿਰ ਮਨ ਨੂੰ ਜਦੋਂ ਹੋਰ ਗਹਿਰਾਈ 'ਚ ਲੈ ਕੇ ਗਏ, ਸਹਿਜ ਵਿੱਚ ਦੇਖਿਆ ਵੀ ਮਿੱਟੀ 'ਤੇ ਤਾਂ ਕੋਈ ਅਸਰ ਨਹੀਂ ਹੁੰਦਾ, ਤੇ ਹਵਾ ਚੱਲਦੀ, ਮਿੱਟੀ ਉੱਡਦੀ ਹੈ ਤੇ ਅੰਗਾਂ 'ਤੇ ਪੈਂਦੀ, ਕੱਪੜਿਆਂ 'ਤੇ ਪੈਂਦੀ ਤੇ ਜੀਵ ਮਹਿਸੂਸ ਕਰਦਾ। ਬਈ ਮਿੱਟੀ ਤੋਂ ਥੱਲੇ ਪਾਣੀ, ਪਾਣੀ ਨਿਰਮਲ ਹੈ। ਜੇ ਮਨ ਨੂੰ ਪਾਣੀ ਵਰਗੇ ਕਰ ਲਈਏ, ਇਹਨਾਂ ਨੀਵਾਂ ਕਰ ਲਈਏ, ਪਾਣੀ ਦਾ ਸੁਭਾਅ ਨਿਮਾਣਤਾ ਵੱਲ ਨੂੰ ਜਾਣਾ। ਬਈ ਜੇ ਆਪਾਂ ਦੇਖੀਏ ਨਾ ਪਾਣੀ, ਉਹਦੇ 'ਚ ਨਿਮਰਤਾ, ਨੀਵੇਂ ਤੁਹਾਨੂੰ ਜਾਂਦਾ। ਹੁਣ ਇਸੇ ਤਰ੍ਹਾਂ ਹੀ ਕਹਿੰਦੇ, ਜੇ ਮਨ ਨੂੰ ਪਾਣੀ ਵਾਂਗੂ ਨੀਵਾਂ ਕਰ ਲਈਏ ਤੇ ਫਿਰ ਠੀਕ ਹੈ, ਫਿਰ ਮਾਲਕ ਮਿਲ ਸਕਦਾ। ਮਹਾਰਾਜ ਫਰਮਾਉਂਦੇ, ਕਬੀਰ ਖੇ ਹੋਈ ਤਾਂ ਕਿਆ ਭਇਆ, ਉੱਡ ਲਾਗੇ ਅੰਗ, ਐਸਾ ਤੇਰਾ ਦਾਸ ਹੋਏ ਜਿਉਂ ਪਾਣੀ ਸਰਬੰਗ। ਪਾਣੀ ਵਰਗਾ ਬਣ ਜੀ। ਫਿਰ ਦੇਖਦੇ ਹੋਰ ਸਹਿਜ ਜਾ ਕੇ ਵੀ ਪਾਣੀ ਹੈ ਜਿਹੜਾ, ਉਹਦਾ ਵੀ ਸੁਭਾਅ ਬਦਲਦਾ, ਵੀ ਤੱਤਾ ਠੰਡਾ ਹੋ ਜਾਂਦਾ। ਤੇ ਕਹਿੰਦੇ ਵੀ ਹਰੀ ਦਾ ਜਿਹੜਾ ਜਨ ਹੈ, ਜਿਹੜਾ ਉਹਦਾ ਦਾਸ ਹੈ, ਉਹਨੂੰ ਹਰੀ ਵਰਗਾ ਹੀ ਹੋਣਾ ਚਾਹੀਦਾ, ਕਿਉਂਕਿ ਹਰੀ ਦੇ ਸੁਭਾਅ 'ਚ ਕੋਈ ਬਦਲਾਅ ਨਹੀਂ ਹੁੰਦਾ। ਉਹ ਸਦਾ ਦਿਆਲੂ ਹੈ, ਸਦਾ ਕਿਰਪਾਲੂ ਹੈ, ਮਿੱਠ ਬੋਲੜਾ ਹੈ, ਉਹ ਨਿਰਭਉ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਨਿਰਵੈਰ ਹੈ, ਵੈਰ ਤੋਂ ਰਹਿਤ, ਨਿਰਭਉ ਹੈ, ਭੈ ਤੋਂ ਰਹਿਤ। ਵੀ ਇਹ ਉਹਦੇ ਗੁਣ ਨੇ ਮਾਲਕ ਦੇ। ਤੇ ਕਹਿੰਦੇ ਜਿਹੜਾ ਹਰੀ ਦਾ ਜਨ ਹੈ, ਵੀ ਉਹਨੂੰ ਉਹਦੇ ਵਰਗਾ ਹੀ ਬਣ ਜਾਣਾ ਚਾਹੀਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸ਼ੀਰਾ ਤਾਤਾ ਹੋਈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬਈ ਜਿਸਮ ਦਾ ਹਰੀ ਹੈ ਪਰਮਾਤਮਾ, ਹਰੀ ਦਾ ਜਨ ਉਹਦੇ ਵਰਗਾ ਹੀ ਹੋਣਾ ਚਾਹੀਦਾ ਸਹਿਜ ਦੇ ਵਿੱਚ। ਹੁਣ ਜੇ ਉਹ ਸਹਿਜ ਦੇ ਵਿੱਚ ਹਰੀ ਦਾ ਜਿਹੜਾ ਜਨ ਹੈ, ਉਹਦਾ ਆਪਦਾ ਭਰਮ ਖਤਮ ਹੋ ਗਿਆ। ਜਿਹਦਾ ਆਪਦਾ ਭਰਮ ਖਤਮ ਹੋ ਗਿਆ, ਉਹਨੂੰ ਇਉਂ ਨਹੀਂ ਹੈ ਬਈ ਉਹ ਦੂਸਰਿਆਂ ਦੀ ਵਿਰੋਧਤਾ ਕਰਦਾ। ਉਹਨੂੰ ਤਾਂ ਫਿਰ ਜਿਹੜਾ ਆਪ ਮਿਲਿਆ, ਉਹਨੂੰ ਤਾਂ ਸਾਰੇ ਮਿਲੇ ਹੀ ਲੱਗਦੇ। ਜੇ ਸਾਨੂੰ ਲੱਗਦਾ ਨਾ ਕੋਈ ਵੀ ਮਿਲਿਆ ਨਹੀਂ, ਉਹ ਤਾਂ ਲੱਗਦਾ ਕਿਉਂਕਿ ਅਸੀਂ ਖੁਦ ਨਹੀਂ ਮਿਲੇ। ਮਹਾਰਾਜ ਇਸ ਲਈ ਕਹਿੰਦੇ, ਮੇਰੇ ਮਨ ਜਿਨ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤ। ਬਈ ਜਿਨ੍ਹਾਂ ਨੇ ਆਪ ਬ੍ਰਹਮ ਦੀ ਪਹਿਚਾਣ ਕਰ ਲਈ, ਜਿਹੜੇ ਅੰਦਰੋਂ ਮਿਲ ਗਏ, ਉਹਨਾਂ ਦੇ ਤਾਂ ਭਾਣੇ ਵੀ ਕੋਈ ਭੁੱਲਾ ਹੀ ਨਹੀਂ।
ਕਿਉਂਕਿ ਉਹਨਾਂ ਦੇ ਮਨ ਦੀ ਅਵਸਥਾ। ਹੁਣ ਇਸ ਵਾਸਤੇ ਫਿਰ ਸਮਝਾਉਂਦੇ ਵੀ ਜਿਹੜਾ ਹਰੀ ਦਾ ਜਨਮ ਵੀ ਉਹਦੇ ਵਿੱਚ ਉਹ ਹਰੀ ਦੇ ਗੁਣ ਆ ਜਾਂਦੇ, ਉਹ ਕਿਸੇ ਦੇ ਔਗਣ ਨਹੀਂ ਦੇਖਦੇ, ਕਿਸੇ ਦੇ ਔਗਣ ਨਹੀਂ ਫਰੋਲਦੇ, ਕਿਸੇ ਨੂੰ ਉਹ ਨੀਵਾਂ ਨਹੀਂ ਦਿਖਾਉਂਦਾ, ਕਿਸੇ ਨਾਲ ਉਹ ਵੈਰ ਵਿਰੋਧ ਨਹੀਂ ਕਰਦਾ। ਉਹਦਾ ਜਿਹੜਾ ਸੁਭਾਅ ਮਾਲਕ ਵਾਲਾ, ਜਿਵੇਂ ਮਾਲਕ ਦਾ ਸੁਭਾਅ ਮਿੱਠ ਬੋਲਣ, ਵੀ ਉਹ ਮਿੱਠਾ ਹੀ ਬੋਲਦਾ, ਕੌੜਾ ਉਹਨੂੰ ਕਦੇ ਬੋਲਣਾ ਆਉਂਦਾ ਨਹੀਂ। ਕਿਸੇ ਦੇ ਜਿਹੜੇ ਔਗਣ ਉਹ ਦੇਖਦਾ ਨਹੀਂ, ਔਗਣ ਤੱਕਦਾ ਨਹੀਂ, ਔਗਣ ਚਿਤਾਰਦਾ ਨਹੀਂ। ਇਹ ਉਹਦੇ ਗੁਣ ਨੇ। ਮਹਾਰਾਜ ਫਰਮਾਉਂਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨ ਜਾਣੇ ਪੂਰਨ ਭਗਵਾਨੇ, ਔਗਣ ਕੋ ਨ ਚਿਤਾਰੀ। ਵੀ ਇਹ ਮਾਲਕ ਦਾ ਸੁਭਾਅ ਹੈ, ਵੀ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ, ਔਗਣ ਦੇਖਦਾ ਨਹੀਂ, ਤੇ ਹਮੇਸ਼ਾ ਮਿੱਠਾ ਹੀ ਬੋਲਦਾ, ਕੌੜਾ ਬੋਲਦਾ, ਫਿੱਕਾ ਨਹੀਂ ਬੋਲਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਹਰੀ ਵਰਗਾ ਪੁਰਖ, ਮਾਲਕ ਪਰਮੇਸ਼ਰ, ਉਹ ਤੇ ਉਹਦਾ ਜਨ, ਵੀ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕਿਉਂ ਨਹੀਂ? ਕਿਉਂਕਿ ਉਹਨਾਂ ਦਾ ਸੁਭਾਅ ਇੱਕੋ ਜਿਹੀ। ਵੀ ਜਿਹੜਾ ਸੁਭਾਅ ਮਾਲਕ ਦਾ ਉਹ ਜੋ ਹਰੀ ਦੇ ਜਨ ਦਾ ਹੋ ਜਾਂਦਾ। ਜੇ ਉਹ ਦਿਆਲੂ ਮਾਲਕ ਤੇ ਉਹ ਵੀ ਦਿਆਲੂ। ਜਿਵੇਂ ਮਾਲਕ ਸਾਡੇ ਜੀਵਨ ਤੇ ਦਇਆ ਕਰਦਾ ਸਦਾ ਹੀ, ਇਹ ਗੁਰਮੁਖ ਵੀ ਸਾਡੇ ਮਨਾਂ ਦੇ ਉੱਤੇ ਸਦਾ ਦਇਆ ਹੀ ਕਰਦੀ। ਉਹ ਸਾਨੂੰ ਵਾਰ-ਵਾਰ ਇਹ ਪਿਆਰ ਦੀ ਕਹਾਣੀ ਸੁਣਾਉਂਦੀ। ਇਹ ਸਭ ਤੋਂ ਵੱਡਾ ਪਰਉਪਕਾਰ ਹੈ। ਸਾਨੂੰ ਭੁੱਲੇ ਹੋਏ ਜੀਵਨ ਨੂੰ ਵਾਰ-ਵਾਰ ਰਸਤਾ ਦੱਸਦੇ ਵੀ ਤੁਸੀਂ ਸਿਮਰਨ ਕਰੋ, ਆਪਦੇ ਜੀਵਨ ਦਾ ਲਾਹਾ ਕੱਟੋ। ਸਾਡੇ ਜੀਵਨ ਦਾ ਅਸਲ ਮਕਸਦ ਸਾਨੂੰ ਵਾਰ-ਵਾਰ ਸਮਝਾਉਂਦੇ, ਦੱਸਦੇ, ਤੇ ਦੱਸਦੇ ਉਹ ਅੱਕਦੇ ਨਹੀਂ, ਥੱਕਦੇ ਨਹੀਂ। ਜਿਵੇਂ ਇੱਕ ਤਾਂ ਹੁੰਦਾ ਨਾ ਸੰਸਾਰ ਦੇ ਵਿੱਚ, ਜਿਵੇਂ ਸੰਸਾਰੀ ਗਿਆਨ ਨੇ, ਬੱਚਾ ਪੜ੍ਹਦਾ, ਸਕੂਲ ਵਿੱਚ ਜਾਂਦਾ, ਸੰਸਾਰ ਦੀ ਪੜ੍ਹਾਈ। ਸੰਸਾਰ ਦੀ ਪੜ੍ਹਾਈ ਕਰਦੇ ਅਸੀਂ ਅੱਕ ਵੀ ਜਾਂਦੇ ਹਾਂ ਅਤੇ ਪੜ੍ਹਾਉਣ ਵਾਲੇ ਥੱਕ ਵੀ ਜਾਂਦੇ। ਉਹ ਫਿਰ ਵੀ ਬੱਚਾ ਪੜ੍ਹਦਾ ਕੀ ਕੁਛ ਯਾਦ ਕਰ ਲੈਂਦਾ। ਅਤੇ ਇਹ ਵੀ ਪੜ੍ਹਾਈ ਹੈ ਗੁਰਮਤਿ ਦੇ ਵਿੱਚ, ਜੋ ਆਪਾਂ ਨੂੰ ਬ੍ਰਹਮ ਦਾ ਗਿਆਨ ਦਿੱਤਾ ਜਾ ਰਿਹਾ। ਸਾਨੂੰ ਤਾਂ ਸ਼ਬਦ ਹੀ ਇੱਕੋ ਦਿੱਤਾ ਮਹਾਰਾਜ, ਵੀ ਇੱਕ ਸ਼ਬਦ ਤੁਸੀਂ ਉਹਨੂੰ ਆਪਦੇ ਪ੍ਰਾਣਾਂ 'ਚ ਵਸਾ ਲਓ ਅਤੇ ਦੁਬਾਰਾ ਮੁੜ ਕੇ ਵਾਪਸ ਨਹੀਂ ਆਉਂਗੀ। ਬੱਚਾ ਦਾ ਫਿਰ ਪਹਿਲਾਂ ਘਰੋਂ ਮਾਂ ਪਿਓ ਕਹਿੰਦੇ ਪੜ੍ਹ, ਫਿਰ ਗਾਂਹ ਟੀਚਰ ਕਹਿੰਦੇ ਪੜ੍ਹ, ਫਿਰ ਵੀ ਉਹ ਕਿੰਨਾ ਕੁਛ ਪੜ੍ਹ ਜਾਂਦਾ, ਕਿੰਨੀਆਂ ਮੋਟੀਆਂ ਕਿਤਾਬਾਂ ਚੇਤੇ ਕਰ ਲੈਂਦਾ। ਹੁਣ ਆਪਾਂ ਨੂੰ ਤਾਂ ਸ਼ਬਦ ਹੀ ਇੱਕੋ ਦਿੱਤਾ ਸਤਿਗੁਰਾਂ, ਵੀ ਉਹਨੂੰ ਮਨ 'ਚ ਵਸਾ ਲਓ ਬਸ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੌੜ ਜਨਮ ਨਾਮ। ਬਈ ਦੁਬਾਰਾ ਨਹੀਂ ਆਉਂਗੇ ਵਾਪਸ ਜੇ ਤੁਸੀਂ ਇੱਕ ਸ਼ਬਦ ਨੂੰ ਪ੍ਰਾਣਾਂ 'ਚ ਵਸਾ ਲਓ, ਹਿਰਦੇ 'ਚ ਵਸਾ ਲਓ। ਹੁਣ ਇਸ ਵਾਸਤੇ ਫਿਰ ਵਾਰ-ਵਾਰ ਸਾਨੂੰ ਗੁਰਮੁਖ ਇਹੋ ਸਮਝਾਈ ਜਾਂਦੇ ਵੀ ਸਿਮਰਨ ਕਰੋ, ਸੰਗਤ ਕਰੋ। ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਉਹ ਉਪਦੇਸ਼ ਨੂੰ ਹਿਰਦੇ 'ਚ ਵਸਾਓ, ਨਾਮ ਨੂੰ ਹਿਰਦੇ 'ਚ ਵਸਾਓ, ਸੱਚ ਨੂੰ ਹਿਰਦੇ 'ਚ ਵਸਾਓ। ਹੁਣ ਮੁੱਖ ਦੁਆਰਾ ਤਾਂ ਬਹੁਤ ਜੀਵ ਕਰਦੇ, ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ। ਹੁਣ ਸਤਿਗੁਰੂ ਕਹਿੰਦੇ ਵੀ ਮੁਕਤ ਉਹ ਹੁੰਦੇ ਜਿਹੜੇ ਹਿਰਦੇ 'ਚ ਵਸਾ ਲੈਂਦੇ ਆਪਦੇ। ਮਹਾਰਾਜ ਕਹਿੰਦੇ ਮੁਖੋਂ ਹਰ ਹਰ ਸਭ ਕੋ ਕਰੇ, ਬਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਵੀ ਮੁੱਖ ਦੁਆਰਾ ਤਾਂ ਬਹੁਤ ਜੀਵ ਕਹਿੰਦੇ, ਪਰ ਉਹ ਵਿਰਲੇ ਜਿਹੜੇ ਆਪਣੇ ਹਿਰਦੇ 'ਚ ਵਸਾਉਂਦੇ।
ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਹਿਰਦੇ 'ਚ ਵਸਾਓ। ਜੇ ਸਾਡੇ ਹਿਰਦੇ 'ਚ ਵਸ ਜੇਗਾ ਤੇ ਅਸੀਂ ਸਦਾ ਲਈ ਜੀਵਨ ਮੁਕਤ ਹੋ ਜਾਵਾਂਗੇ, ਸਦਾ ਲਈ ਅਮਰ ਹੋ ਜਾਵਾਂਗੇ। ਹੁਣ ਸਾਡੇ ਮਨ ਦੇ ਵਿੱਚ ਵਸੇ ਕਿਵੇਂ? ਕਿਉਂਕਿ ਇਸੇ ਮਾਇਆ ਵਸੀ ਹੋਈ ਵਿਚਾਰ ਪੁਰਨੇ ਇਹ ਵਸੇ। ਹੁਣ ਜਾ ਕੇ ਵਸੇ ਹੈ, ਮਾਇਆ ਵਸੀ ਹੈ, ਉਹਨਾਂ ਸਮਾਂ ਮਾਲਕ ਨਹੀਂ ਵਸਦਾ, ਨਾਮ ਨਹੀਂ ਵਸਦਾ। ਕਿਉਂਕਿ ਜਿੱਥੇ ਮਾਇਆ ਹੈ ਉੱਥੇ ਹਉਮੈ ਹੰਕਾਰ ਹੈ, ਅਤੇ ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ। ਇਹ ਦੋਵੇਂ ਇਕੱਠੇ ਇੱਕ ਥਾਂ 'ਤੇ ਨਹੀਂ ਵਸਦੇ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ। ਇਹ ਦੋਵੇਂ ਇਕੱਠੇ ਨਹੀਂ ਰਹਿੰਦੇ। ਜਿੱਥੇ ਹਉਮੈ ਉੱਥੇ ਨਾਮ ਨਹੀਂ ਵਸੇਗਾ, ਉੱਥੇ ਸੱਚ ਨਹੀਂ ਵਸੇ। ਜਿਸੇ ਹਉਮੈ ਨਹੀਂ ਉੱਥੇ ਸੱਚ ਦੇ ਨਾਮ ਦਾ ਵਾਸਾ ਹੋ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਮਾਰਗ ਹੈ ਨੀਵਿਆਂ ਦਾ। ਗੁਰੂ ਨਾਨਕ ਦਾ ਘਰ ਨੀਵਿਆਂ ਦਾ। ਜੇ ਮਹਾਰਾਜ ਕਹਿੰਦੇ ਵੀ ਤੁਸੀਂ ਸਦਾ ਲਈ ਸੁਖੀ ਹੋਣਾ ਹੈ ਤੇ ਫਿਰ ਮਨ ਕਰਕੇ ਇੰਨੇ ਨੀਵੇਂ ਹੋ ਜੋ। ਜਿਸ ਵਰਤਾਏ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤੈਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਸੇ ਨੀਚ ਸੰਭਾਲੀਆਂ ਤਿਥੇ ਨਦਰ ਤੇਰੀ ਬਖਸ਼ੀਸ਼। ਬਈ ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਹੁਣ ਗੁਰਮੁਖ ਦੇ ਮਨ ਦੀ ਅਵਸਥਾ ਹੀ ਇਹ ਵੀ ਉਹਦਾ ਮਨ ਨੀਵਾਂ ਹੋ ਜਾਂਦਾ, ਨਿਮਾਣਾ ਹੋ ਜਾਂਦਾ। ਇਹੋ ਮਹਾਰਾਜ ਸਮਝਾਉਂਦੇ, ਮਨ ਤੋਂ ਮਤ ਮਾਨ ਕਰੇ, ਜੇ ਹੋ ਕਿਛ ਜਾਣਦਾ ਗੁਰਮੁਖ ਨਾ ਮਾਣਾ ਹੋ। ਜਦੋਂ ਸਾਡਾ ਮਨ ਘਰ ਬੈਠ ਜਾਂਦਾ, ਸੋਨਾ ਸਹਿਜ ਆਪਣਾ ਘਰ ਹੈ। ਜਦੋਂ ਮਨ ਸਹਿਜ ਦੇ ਵਿੱਚ ਬੈਠ ਜਾਂਦਾ, ਫਿਰ ਜੋ ਵੀ ਆਪਾਂ ਨੂੰ ਉਪਦੇਸ਼ ਦੇਣਾ ਚਾਹੁੰਦੇ ਮਾਲਕ, ਉਹ ਗੁਰਮੁਖਾਂ ਦੇ ਮੁਖ ਰਾਹੀਂ ਦਿੰਦੇ। ਜੋ ਸਾਨੂੰ ਸਮਝਾਉਣਾ ਚਾਹੁੰਦੇ ਉਹਨਾਂ ਦੀ ਰਸਨਾ 'ਤੇ ਆਪ ਬੋਲਦੇ। ਬੋਲਦੇ ਕਦੋਂ? ਜਦੋਂ ਮਨ ਸਹਿਜ ਵਿੱਚ ਘਰ ਬੈਠ ਜਾਂਦਾ। ਮਹਾਰਾਜ ਫਰਮਾਉਂਦੇ, ਸੈਨ ਸੁਨ ਸਹਿਜ ਮੇ ਰਿਹਾ ਸਮਾਈ, ਮਨ ਮਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਫਿਰ ਜੋ ਬੋਲਦੇ ਮਾਲਕ ਖੁਦ ਹੀ ਬੋਲਦੇ। ਅਤੇ ਇਸ ਲਈ ਕਹਿੰਦੇ ਵੀ ਮਾਲਕ ਸਾਧੂਆਂ ਦੀ ਸੰਤਾਂ ਦੀ ਰਸਨਾ 'ਤੇ ਵਸਦਾ, ਉਹਨਾਂ ਦੇ ਰਸਨਾ 'ਤੇ ਆਪ ਬੋਲਦੇ, ਆਪ ਇਸਤੇਮਾਲ ਕਰਦੇ। ਰੱਬ ਜੀ ਵਸੇ ਸਾਧ ਕੀ ਰਸਨਾ, ਵੀ ਸਾਧੂਆਂ ਦੀ ਰਸਨਾ 'ਤੇ ਖੁਦ ਵਸਦੇ ਅਤੇ ਬੋਲਦੇ। ਜੋ ਸਾਨੂੰ ਸਮਝਾਉਣਾ ਚਾਹੁੰਦੇ ਫਿਰ ਉਹਨਾਂ ਦੇ ਮੁਖ ਰਾਹੀਂ ਸਮਝਾਉਂਦੇ। ਤਾਈਆਂ ਫਿਰ ਉਹਨਾਂ ਨੂੰ ਕਹਿੰਦੇ ਗੁਰਮੁਖ, ਮਾਲਕ ਦਾ ਮੁਖ, ਗੁਰੂ ਦਾ ਮੁਖ। ਜਿਵੇਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਦੇ ਵੀ ਅਸੀਂ ਕੁਝ ਆਪ ਨਹੀਂ ਸੁਣਾਉਂਦੇ, ਜੋ ਮਾਲਕ ਦਾ ਹੁਕਮ ਹੁੰਦਾ ਉਹੀਓ ਆ ਕੇ ਸਾਨੂੰ ਇੱਧਰ ਸਾਡੀ ਭਾਸ਼ਾ 'ਚ ਦੱਸਦੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ। ਬਈ ਜੋ ਮਾਲਕ ਕਹਿਣਾ ਚਾਹੁੰਦਾ ਸਾਨੂੰ ਗੁਰਮੁਖਾਂ ਦੇ ਮੁਖ ਰਾਹੀਂ ਕਹਿੰਦਾ। ਉਹ ਜਿਹੜੇ ਬਚਨ ਹੁੰਦੇ ਉਹ ਸਾਡੇ ਸਾਰਿਆਂ ਵਾਸਤੇ ਸਾਂਝੇ ਹੁੰਦੇ, ਸਾਰਿਆਂ ਦੇ ਮਨਾਂ ਵਾਸਤੇ, ਸਾਰੀ ਲੋਕਾਈ ਵਾਸਤੇ। ਕਿਸੇ ਇੱਕ ਧਰਮ ਜਾਂ ਕਿਸੇ ਇੱਕ ਫਿਰਕੇ ਦੇ ਨਹੀਂ, ਸਾਰਿਆਂ ਨੂੰ ਸਾਂਝੇ, ਸਾਰਿਆਂ ਵਾਸਤੇ।
ਇਸ ਲਈ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਉਹ ਸਾਰਿਆਂ ਨੂੰ ਸਾਂਝਾ। ਜਿਵੇਂ ਜੀਵ ਪਹਿਲਾਂ 4 ਵਰਨਾਂ 'ਚ ਵੰਡੇ ਹੋਏ ਸੀ ਅਤੇ ਮਹਾਰਾਜ ਨੇ ਸਾਰਿਆਂ ਨੂੰ ਸਾਂਝਾ ਦਿੱਤਾ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾਂ ਕੋ ਸਾਂਝਾ। ਵੀ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਅਤੇ ਸਾਰਿਆਂ ਲਈ ਇੱਕੋ ਹੀ ਉਪਦੇਸ਼। ਬਈ ਤੁਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਆਏ ਹੋ ਅਤੇ ਮਾਲਕ ਦੇ ਸਾਰੇ ਬੱਚੇ ਹੋ। ਸਾਡਾ ਸਭ ਦਾ ਮਾਂ ਪਿਓ ਇੱਕੋ ਹੀ ਹੈ, ਇੱਕ ਪਿਤਾ ਇੱਕ ਸਕੀਹਮ ਬਾਰਕ। ਹੁਣ ਸਾਡਾ ਜੋ ਮਾਤਾ ਪਿਤਾ ਹੈ ਨਿਰੰਕਾਰ ਵਾਹਿਗੁਰੂ। ਹੁਣ ਇਹ ਜਿੰਨੇ ਵੀ ਲੜਾਈਆਂ ਝਗੜੇ ਸਿਰਫ ਦਿਨ ਦੇ ਸਮੇਂ ਮਾਇਆ ਦੇ ਘਰ ਦੇ ਵਿੱਚ ਅਸੀਂ ਇੱਥੇ ਆ ਕੇ ਭੁੱਲ ਜਾਂਦੇ। ਭੂਲਾ ਮਨ ਮਾਇਆ ਘਰ ਜਾਈ। ਹੁਣ ਇੱਥੇ ਆ ਕੇ ਵੈਰ ਵਿਰੋਧ 'ਚ ਪੈ ਜਾਂਦੇ। ਜਦੋਂ ਰਾਤ ਹੁੰਦੀ ਅਸੀਂ ਆਪਦੇ ਘਰ ਜਾਂਦੇ ਹਾਂ, ਉੱਥੇ ਜਾ ਕੇ ਸਾਨੂੰ ਆਪਣਾ ਆਪਾਂ ਸਾਰਾ ਕੁਛ ਹੀ ਭੁੱਲ ਜਾਂਦਾ। ਅਸੀਂ ਉੱਥੇ ਨਹੀਂ ਲੜਦੇ, ਉੱਥੇ ਅਸੀਂ ਧਰਮ ਤੋਂ ਇੱਕ ਦੂਸਰੇ ਨਾਲ ਜਾਂ ਵੈਰ ਵਿਰੋਧ ਜਾਂ ਈਰਖਾ ਜਾਂ ਜਾਤਾਂ ਪਾਤਾਂ ਤੋਂ ਨਹੀਂ ਲੜਦੇ, ਕਿਉਂਕਿ ਉੱਥੇ ਅਸੀਂ ਸਾਰੇ ਇੱਕੋ ਹੀ ਰੂਪ ਹੋ ਜਾਂਦੇ। ਸਿਰਫ ਇੱਥੇ ਮਾਇਆ ਦੇ ਘਰ ਦੇ ਵਿੱਚ ਆ ਕੇ ਸਾਡਾ ਮਨ ਸੌਂ ਜਾਂਦਾ ਅਤੇ ਅਸੀਂ ਦੌੜ 'ਚ ਚਲੇ ਜਾਂਦੇ। ਫਿਰ ਅਸੀਂ ਇੱਥੇ ਜਾਤਾਂ ਪਾਤਾਂ ਦੇ ਵਿੱਚ ਵੱਖੋ ਵੱਖਰੇ ਅਸੀਂ ਆਪਦੇ ਧਰਮ ਬਣਾ ਲੈਂਦੇ ਹਾਂ। ਫਿਰ ਅਸੀਂ ਇੱਕ ਦੂਸਰੇ ਨਾਲ ਵੈਰ ਵਿਰੋਧ ਖੜਾ ਕਰ ਲੈਂਦੇ। ਇਹ ਸਾਰਾ ਕੁਛ ਅਗਿਆਨਤਾ ਵਸ ਹੋ ਕੇ ਇੱਥੇ ਚੱਲਦਾ। ਫਿਰ ਇਸ ਲਈ ਫਿਰ ਆਪਾਂ ਨੂੰ ਗੁਰਮੁਖ ਜੋ ਉਪਦੇਸ਼ ਦਿੰਦੇ ਉਹ ਸਾਡੇ ਸਾਰਿਆਂ ਵਾਸਤੇ ਸਾਂਝਾ, ਕਿਉਂਕਿ ਸਾਰਿਆਂ ਲਈ ਇੱਕੋ ਹੀ। ਤਾਂਹੀਓ ਮਹਾਰਾਜ ਫਰਮਾਉਂਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਬਈ ਸਾਰਿਆਂ ਵਾਸਤੇ ਸਾਂਝਾ ਉਪਦੇਸ਼, ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਹਾਂ ਅਤੇ ਕਿਵੇਂ ਅਸੀਂ ਮਿਲਾਪ ਕਰ ਸਕਦੇ। ਹੁਣ ਇਹ ਜਿਹੜਾ ਮਾਰਗ ਹੈ ਮਿਲਾਪ ਦਾ, ਇਹਨੂੰ ਕਹਿੰਦੇ ਪ੍ਰੇਮ ਦਾ ਮਾਰਗ, ਪ੍ਰੇਮ ਦਾ ਪੰਥ। ਜਿਹੜਾ ਅਸੀਂ ਭੁੱਲ ਚੁੱਕੇ ਹਾਂ, ਸਾਡਾ ਮਨ ਵਿਸਾਰ ਚੁੱਕੀ। ਫਰਮਾਉਂਦੇ ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੇ ਗਵਾਰ। ਵੀ ਜੋ ਸੰਤ ਮਾਰਗ ਸੀ, ਜਿਹਨੂੰ ਪ੍ਰੇਮ ਦਾ ਪੰਥ ਆਖਿਆ ਸੀ, ਉਹ ਪੰਥ ਅਸੀਂ ਭੁੱਲ ਗਏ। ਉਹ ਪੰਥ ਨੂੰ ਅਸੀਂ ਛੱਡ ਦਿੱਤਾ। ਅਸੀਂ ਦੌੜਾਂ 'ਚ ਚਲੇ ਗਏ ਅਤੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ, ਇੱਕ ਦੂਸਰੇ ਦਾ ਵੈਰ ਵਿਰੋਧ ਖੜਾ ਕਰ ਲਿਆ। ਹੁਣ ਆਪਾਂ ਨੂੰ ਸਤਿਗੁਰੂ ਫਿਰ ਦੱਸਦੇ ਵੀ ਜੇ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਫਿਰ ਤੁਹਾਨੂੰ ਮਹਾਰਾਜ ਕਹਿੰਦੇ ਵੀ ਸੱਚ ਕਹਿ ਰਹੇ ਹਾਂ ਸਾਰਿਆਂ ਨੂੰ, ਬਈ ਧਿਆਨ ਦੇ ਨਾਲ ਸੁਣ ਲਓ। ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਤਾਂ ਤਾਂ ਹੀ ਮਿਲ ਸਕਦੇ ਜੇ ਤੁਸੀਂ ਪ੍ਰੇਮ ਕਰੋਗੇ। ਫਰਮਾਉਂਦੇ ਨੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਇਹ ਪੰਥ ਹੀ ਪਿਆਰ ਦਾ, ਪ੍ਰੇਮ ਦਾ ਮਾਰਗ। ਹੁਣ ਜਿਹੜਾ ਸਾਨੂੰ ਇਹ ਪਿਆਰ ਦਾ ਮਾਰਗ ਦੱਸਦਾ, ਉਸ ਮਾਰਗ 'ਤੇ ਫਿਰ ਅਸੀਂ ਦੱਸੇ ਹੋਏ 'ਤੇ ਚੱਲਣਾ ਹੁੰਦਾ। ਜਿਵੇਂ ਹੁਣ ਸਤਿਗੁਰੂ ਆਪਾਂ ਨੂੰ ਦੱਸਦੇ, ਮਹਾਰਾਜ ਕਹਿੰਦੇ ਹਰ ਕਾ ਪੰਥ ਕਉ ਬਤਾਵੇ, ਹੋਂ ਤਾਂ ਕੀ ਪਾਈ ਲਾਗੀ। ਵੀ ਮੈਨੂੰ ਕੋਈ ਮਾਲਕ ਨੂੰ ਮਿਲਾਪ ਦਾ ਰਾਹ ਦੱਸੇ ਅਤੇ ਮੈਂ ਉਹਦੇ ਚਰਨਾਂ ਦੇ ਨਾਲ ਲੱਗ। ਚਰਨ ਕੀ ਵੀ ਉਹਨਾਂ ਦੇ ਬਚਨ। ਜਿਵੇਂ ਹੁਣ ਗੁਰਮੁਖ ਸੰਤ ਸਾਧੂ ਜਨ ਆਪਾਂ ਨੂੰ ਇਹ ਰਸਤਾ ਦੱਸਦੇ ਅਤੇ ਅਸੀਂ ਉਹਨਾਂ ਦੇ ਚਰਨੀ ਲੱਗਣਾ ਹੁੰਦਾ। ਚਰਨੀ ਕੀ ਵੀ ਉਹਨਾਂ ਦੇ ਬਚਨ। ਵੀ ਉਹਨਾਂ ਦੇ ਬਚਨਾਂ ਨੂੰ ਅਸੀਂ ਮੰਨ ਕੇ ਕਮਾਉਣਾ ਹੁੰਦਾ, ਹਿਰਦੇ 'ਚ ਵਸਾਉਣਾ ਹੁੰਦਾ। ਜੇ ਹੁਣ ਅਸੀਂ ਸੰਤਾਂ ਦਾ ਬਚਨ ਕਮਾਵਾਂਗੇ ਅਤੇ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਤਰ ਜਾਵਾਂਗੇ।
ਤਾਂਹੀਓ ਆਵਾ ਨੂੰ ਸਤਿਗੁਰੂ ਫਰਮਾਉਂਦੇ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਬਈ ਜੇ ਕੋਈ ਸੰਤਾਂ ਦਾ ਬਚਨ ਕਮਾਵੇ ਤੇ ਉਹ ਤਰ ਜਾਂਦਾ। ਤੇ ਸੰਤ ਆਪਾਂ ਨੂੰ ਬਚਨ ਕੀ ਕਰਦੇ? ਉਹ ਸਾਨੂੰ ਵਚਨ ਇਹ ਕਰਦੇ ਵੀ ਤੁਸੀਂ ਸਿਮਰਨ ਕਰੋ, ਤੁਸੀਂ ਇਹ ਪਿਆਰ ਦੇ ਮਾਰਗ 'ਤੇ ਚੱਲੋ, ਸੰਤ ਮਾਰਗ 'ਤੇ। ਤੁਸੀਂ ਦੁਬਦਾ ਵਾਲਾ ਜਿਹੜਾ ਇਹ ਰਸਤਾ ਛੱਡ ਦਿਓ, ਜਿਹਨੂੰ ਧਾਰ ਦਾ ਰਸਤਾ ਕਹਿੰਦੇ, ਵੀ ਇਹਨੂੰ ਛੱਡ ਦਿਓ। ਮਹਾਰਾਜ ਕਹਿੰਦੇ ਵੀ ਸੰਤਾਂ ਨੇ ਸਾਨੂੰ ਇਹਨਾਂ ਦੋਵਾਂ ਰਸਤਿਆਂ ਦਾ ਭੇਤ ਦੇਣਾ ਹੁੰਦਾ। ਵੀ ਜਿਹੜਾ ਧਾਰ ਦਾ ਰਸਤਾ ਵੈਰ ਵਿਰੋਧ ਵਾਲਾ, ਜੇ ਅਸੀਂ ਉਹਦੇ 'ਤੇ ਚੱਲਾਂਗੇ ਅਸੀਂ ਲੁੱਟੇ ਜਾਵਾਂਗੇ, ਅਸੀਂ ਜੀਵਨ ਦੀ ਬਾਜੀ ਨੂੰ ਇੱਥੋਂ ਹਾਰ ਕੇ ਜਾਵਾਂਗੇ, ਸਾਡੇ ਮਨ ਨੂੰ ਸੁੱਖ ਨਹੀਂ ਮਿਲੇਗਾ, ਸ਼ਾਂਤੀ ਨਹੀਂ ਆਏਗੀ। ਵੀ ਇਹ ਰੌਦਾ ਦੇ ਵਿੱਚ ਵੈਰ ਵਿਰੋਧ 'ਚ ਦੁਰਮਤ ਦੀ ਅਗਨ 'ਚ ਜਲਦਾ ਸੜਦਾ ਰਹੇਗਾ। ਫਿਰ ਆਪਾਂ ਨੂੰ ਇਹਨਾਂ ਦੋਵਾਂ ਮਾਰਗਾਂ ਦਾ ਭੇਤ ਦਿੰਦੇ। ਮਹਾਰਾਜ ਫਰਮਾਉਂਦੇ, ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦਰਾਰੀ। ਬਈ ਜਿਹੜੇ ਪੈਂਡੇ 'ਤੇ ਚੱਲਦੇ ਹੋਏ ਅਸੀਂ ਲੁੱਟੇ ਜਾ ਰਹੇ, ਸਾਡਾ ਮਨ ਅਸ਼ਾਂਤ ਹੋ ਰਿਹਾ, ਦੁਖੀ ਹੋ ਰਹੇ, ਸਾਨੂੰ ਸ਼ਾਂਤੀ ਨਹੀਂ ਆ ਰਹੀ, ਸਾਨੂੰ ਸੰਤ ਜਨ ਇਹ ਰਸਤਾ ਹੀ ਬੰਦ ਕਰਾ ਦਿੰਦੇ ਵੀ ਤੁਸੀਂ ਇਹ ਧਾਰ ਦਾ ਰਸਤਾ ਛੱਡ ਦਿਓ, ਵੈਰ ਵਿਰੋਧ ਦਾ। ਤੁਸੀਂ ਕਿਸੇ ਨਾਲ ਵੀ ਈਰਖਾ ਨਾ ਕਰੋ, ਤੁਸੀਂ ਕਿਸੇ ਨਾਲ ਨਫ਼ਰਤ ਨਾ ਕਰੋ, ਕਿਸੇ ਨਾਲ ਵੈਰ ਵਿਰੋਧ ਨਾ ਕਰੋ। ਜਦੋਂ ਅਸੀਂ ਇਹ ਰਸਤਾ ਛੱਡ ਦਾਂਗੇ ਤੇ ਸੰਤ ਮਾਰਗ 'ਤੇ ਸਾਨੂੰ ਫਿਰ ਪਿਆਰ ਹੀ ਪਿਆਰ ਦੱਸਿਆ ਜਾਂਦਾ। ਜਿਹੜੇ ਗੁਰਮੁਖ ਫਿਰ ਇਸ ਮਾਰਗ ਦੇ ਉੱਤੇ ਚੱਲਦੇ, ਸੰਤ ਮਾਰਗ 'ਤੇ, ਉਹਨਾਂ ਨੂੰ ਵਡਭਾਗੀ ਕਹਿੰਦੇ, ਵੱਡੇ ਭਾਗਾਂ ਵਾਲੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਭਾਈ। ਬਈ ਕੋਈ ਵੱਡੇ ਭਾਗਾਂ ਵਾਲੇ ਗੁਰਮੁਖ ਇਹਦੇ ਪ੍ਰੇਮ ਦੇ ਰਾਹ 'ਤੇ ਚੱਲਦੇ, ਸੰਤ ਮਾਰਗ ਦੇ ਉੱਤੇ ਜਿਹੜੇ ਚੱਲਦੇ, ਫਿਰ ਉਹਨਾਂ ਨੂੰ ਕਹਿੰਦੇ ਵੀ ਉੱਤਮ ਨੇ। ਇਹ ਜੱਗ ਦੇ ਵਿੱਚ, ਸੰਸਾਰ ਦੇ ਵਿੱਚ ਉਹ ਗੁਰਮੁਖ ਉੱਤਮ ਨੇ, ਵਿਰਲੇ ਨੇ, ਜਿਹੜੇ ਫਿਰ ਇਹ ਗੁਰਬਾਣੀ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ। ਉਹਨਾਂ ਵਰਤਾਏ ਫਿਰ ਮਹਾਰਾਜ ਕਹਿੰਦੇ ਨੇ, ਜੱਗ ਮੈਂ ਉੱਤਮ ਕਾਢੀਏ ਵਿਰਲੇ ਕੀ। ਵੀ ਉਹ ਜੱਗ ਦੇ ਵਿੱਚ ਉੱਤਮ ਤੇ ਉਹ ਵਿਰਲੇ ਬਹੁਤ ਥੋੜ੍ਹੇ, ਜਿਹੜੇ ਮਾਲਕ ਨੂੰ, ਪਰਮਾਤਮਾ ਨੂੰ ਉੱਤੇ ਆਉਂਦੇ, ਜਿਹੜੇ ਸੱਚ ਦੀ ਅਰਾਧਨਾ ਕਰਦੇ, ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਂਦੇ। ਉਹਨਾਂ ਦੀ ਬਰਕਤ ਗੁਰਮੁਖਾਂ ਦੀ ਫਿਰ ਅੱਗੇ ਅਸੰਖਾਂ ਕਰੋੜਾਂ ਜੀਵ ਛਕਦੇ ਖਾਂਦੇ ਨੇ। ਰਮਾਉਂਦੇ ਨੇ, ਜੋ ਤੁਧ ਸੱਚ ਧਿਆਇਂਦੇ, ਸੇ ਵਿਰਲੇ ਥੋੜ੍ਹੇ, ਜੋ ਇੱਕ ਮਨ ਚਿੱਤ ਅਰਾਧਦੇ, ਤਿਨ ਕੀ ਬਰਕਤ ਖਾਏ ਅਸੰਖ ਕਰੋੜੇ। ਬਈ ਉਹ ਕੋਈ ਵਿਰਲਾ ਹੀ ਗੁਰਮੁਖ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਮਾਲਕ ਨੂੰ ਅਰਾਧਦਾ, ਉਹਦੀ ਕੀਤੀ ਹੋਈ ਘਾਲਣਾ, ਮਸ਼ੱਕਤ ਫਿਰ ਅੱਗੇ ਅਸੰਖਾਂ ਕਰੋੜਾਂ ਜੀਵ ਖਾਂਦੀ। ਤਾਂਹੀਓ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਜਿਨ੍ਹਾਂ ਨੇ ਘਾਲਣਾ ਘਾਲੀ, ਉਹਨਾਂ ਦੇ ਨਾਲ ਹੋਰ ਪਤਾ ਨਹੀਂ ਕਿੰਨੇ ਕੁ ਲਕਾਈ ਜਿਹੜੀ ਉਹ ਛੁੱਟ ਜਾਂਦੀ। ਤਾਂਹੀਓ ਆਪ ਨੂੰ ਰੋਜ਼ ਸਮਝਾਉਂਦੇ, ਜਿੰਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵੀ ਉਹਨਾਂ ਦੇ ਤਾਂ ਮੁਖ ਉਜਲ ਹੁੰਦੇ, ਨਾਲ ਹੋਰ ਪਤਾ ਨਹੀਂ ਕਿੰਨਿਆਂ ਕੁ ਦੇ ਹੋ ਜਾਂਦੇ, ਔਰ ਕਿੰਨਿਆਂ ਕੁ ਦਾ ਨਾਲ ਛੁਟਕਾਰਾ ਹੋ ਜਾਂਦਾ। ਹੁਣ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਐਸੇ ਗੁਰਮੁਖਾਂ ਦਾ ਸੰਗ ਕਰਾਂਗੇ, ਵੀ ਜਿਨ੍ਹਾਂ ਦੇ ਅੰਦਰ ਨਾਮ ਨਿਧਾਨ ਖਜ਼ਾਨਾ ਪ੍ਰਗਟ ਹੈ, ਜਿਹੜੇ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਉਹਨਾਂ ਦੇ ਮੁਖ ਸਦਾ ਹੀ ਉਜਲ ਨੇ, ਸੱਚੇ ਦਰਬਾਰ ਦੇ ਵਿੱਚ, ਮਾਲਕ ਦੇ ਘਰ ਦੇ ਵਿੱਚ।
ਫਰਮਾਉਂਦੇ ਨੇ, ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ। ਬਈ ਉਹਨਾਂ ਨੂੰ ਬਹਿੰਦਿਆਂ ਉੱਠਦਿਆਂ ਕਦੇ ਮਾਲਕ ਵਿਸਰਦਾ ਨਹੀਂ, ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੀ ਜੀ ਆਪ ਮੇਲੇ ਕਰਤਾਰ। ਵੀ ਜਿਨ੍ਹਾਂ ਨੂੰ ਕਰਤਾਰ ਨੇ, ਮਾਲਕ ਨੇ ਆਪ ਮੇਲ ਲਿਆ, ਉਹਨਾਂ ਨੂੰ ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਉਹ ਕਦੇ ਵਿਸਰਦਾ ਨਹੀਂ, ਕਦੇ ਭੁੱਲਦਾ ਨਹੀਂ। ਹੁਣ ਇਸ ਵਾਸਤੇ ਉਹਨਾਂ ਦੇ ਮੁਖ ਸਦਾ ਉਜਲ ਨੇ ਮਾਲਕ ਦੇ ਘਰ ਦੇ ਵਿੱਚ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਦੇ ਕਰ ਲਿਆ, ਫਿਰ ਉਹਨਾਂ ਦਾ ਕੋਈ ਔਗਣ ਚਿਤਾਰਦਾ ਨਹੀਂ, ਕੋਈ ਔਗਣ ਦੇਖਦਾ ਨਹੀਂ। ਮਹਾਰਾਜ ਫਰਮਾਉਂਦੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤੈਨ ਕਾ ਬਹੁਰ ਕਿਛ ਨਾ ਵਿਚਾਰੀ। ਜਿਨ੍ਹਾਂ ਨੂੰ ਆਪਦੇ ਕਰ ਲਿਆ, ਆਪਦੇ ਬਣਾ ਲਏ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਆਪਾਂ ਵੀ ਸਿਮਰਨ ਕਰਾਂਗੇ, ਸਾਧ ਸੰਗਤ ਕਰਾਂਗੇ, ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਇਹ ਆਪਾਂ ਮਾਲਕ ਨੂੰ ਭਾ ਜਾਵਾਂਗੇ, ਗੁਰੂ ਨੂੰ ਅਸੀਂ ਭਾ ਜਾਵਾਂਗੇ। ਹੁਣ ਭਾਉਂਦਾ ਕੌਣ ਹੈ? ਭਾਉਂਦਾ ਉਹੀਓ ਗੁਰਸਿੱਖ ਹੈ ਜੋ ਸਾਸ ਗਿਰਾਸ ਸਿਮਰਨ ਕਰਦਾ। ਫਰਮਾਉਂਦੇ, ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਹੁਣ ਆਪਾਂ ਚਾਹੁੰਦੇ ਸਾਰੇ ਵੀ ਅਸੀਂ ਗੁਰੂ ਦੇ ਮਨ ਨੂੰ ਭਾ ਜਾਈਏ, ਗੁਰੂ ਨੂੰ ਚੰਗੇ ਲੱਗੀਏ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਸ ਗਿਰਾਸ ਸਿਮਰਨ ਕਰੋ। ਜੇ ਅਸੀਂ ਸਿਮਰਨ ਕਰਾਂਗੇ ਤੇ ਅਸੀਂ ਗੁਰੂ ਨੂੰ ਭਾ ਜਾਵਾਂਗੇ। ਜਿਨ੍ਹਾਂ ਨੂੰ ਫਿਰ ਇਹ ਸਾਸ ਗਿਰਾਸ ਨਹੀਂ ਮਾਲਕ ਵਿਸਰਦਾ, ਉਹਨਾਂ ਨੂੰ ਕਹਿੰਦੇ ਵੀ ਇਹ ਪੂਰਨ ਸੰਤ ਨੇ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਹੁਣ ਇਸ ਲਈ ਫਿਰ ਆਪਾਂ ਨੂੰ ਵੀ ਸਮਝਾਉਂਦੇ ਵੀ ਆਪਾਂ ਨੂੰ ਵਿਸਰੇ ਨਾ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਦ੍ਰਿੜ ਕਰ। ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਸਾਡੇ ਹਿਰਦੇ 'ਚ ਵਸ ਜੇਗਾ ਤੇ ਸਾਨੂੰ ਮਾਲਕ ਭੁੱਲੇਗਾ ਨਹੀਂ। ਤਾਈਓ ਆਪਾਂ ਨੂੰ ਕਹਿੰਦੇ, ਗੁਰ ਕਾ ਸ਼ਬਦ ਮਨ ਵਸੇ, ਤਾਂ ਹਰ ਵਿਸਰ ਨਾ ਜਾਈ। ਵੀ ਪਹਿਲਾਂ ਅਸੀਂ ਸਿਮਰਨ ਕਰਕੇ ਮਨ ਦੀ ਮੈਲ ਨੂੰ ਲਾ ਲੈਣਾ। ਜਦੋਂ ਮਨ ਦੀ ਮੈਲ ਲੱਥ ਗਈ, ਸਾਡਾ ਭਰਮ ਖਤਮ ਹੋ ਗਿਆ, ਤੇ ਫਿਰ ਮਾਲਕ ਨੇ ਸਾਡੇ ਹਿਰਦੇ 'ਚ ਪ੍ਰਗਟ ਹੋਣਾ ਹੀ ਹੁੰਦਾ। ਜਿਵੇਂ ਹੁਣ ਆਪਾਂ ਨੂੰ ਕਹਿੰਦੇ ਵੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਓ। ਸ਼ਰਨ ਦੇ ਵਿੱਚ ਬੈਠਣ ਵਾਸਤੇ ਮਾਲਕ ਦੀ ਸਾਨੂੰ ਇਹ ਵਿਚਾਰਾਂ ਨੂੰ, ਫੁਰਨਿਆਂ ਨੂੰ ਖਤਮ ਕਰਨਾ ਪੈਂਦਾ। ਇਹ ਵਿਚਾਰ ਹੀ ਸਾਡੇ ਅੰਦਰ ਭਰਮ ਹੈ, ਫੁਰਨੀ। ਹੁਣ ਜਦੋਂ ਅਸੀਂ ਸਿਮਰਨ ਕਰਕੇ ਇਹਨਾਂ ਵਿਚਾਰਾਂ ਨੂੰ ਰੋਕ ਲਾਂਗੇ, ਫਿਰ ਅਸੀਂ ਮਾਲਕ ਦੀ ਸ਼ਰਨ ਦੇ ਵਿੱਚ ਬੈਠ ਜਾਵਾਂਗੇ। ਫਿਰ ਤਾਂ ਅਸੀਂ ਸ਼ਰਨ ਦੇ ਵਿੱਚ ਬੈਠਾਂਗੇ ਹੀ ਬੈਠਾਂਗੇ, ਜਦੋਂ ਸਾਡੇ ਵਿਚਾਰ ਖਤਮ ਹੋ ਗਏ। ਹੁਣ ਅਸੀਂ ਕਿਵੇਂ ਇਹਨਾਂ ਵਿਚਾਰਾਂ ਨੂੰ ਖਤਮ ਕਰਨਾ? ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਲਗਾਤਾਰ ਹੀ ਸਿਮਰਨ ਕਰਦੇ ਹਾਂ, ਇਹਦੇ ਨਾਲ ਆਪਣਾ ਮਨ ਧੋਤਾ ਜਾਂਦਾ, ਮਨ ਦਾ ਸਾਡੇ ਦਾ ਇਸ਼ਨਾਨ ਹੁੰਦਾ। ਮਹਾਰਾਜ ਫਰਮਾਉਂਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਵੀ ਅਸੀਂ ਸਿਮਰਨ ਕਰਕੇ ਆਪਣੇ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰਨਾ। ਇਹ ਵਿਚਾਰ ਹੀ ਮਨ ਨੂੰ ਰੋਗ ਲੱਗੇ ਨੇ, ਤੇ ਜਦੋਂ ਇਹ ਵਿਚਾਰਾਂ ਤੋਂ ਰਹਿਤ ਹੋ ਗਿਆ, ਰੋਗ ਰਹਿਤ ਹੋ ਜਾਂਦਾ। ਹੁਣ ਜਦੋਂ ਇਹ ਰੋਗ ਰਹਿਤ ਹੋ ਗਿਆ, ਮਨ ਨਿਰਮਲ ਹੋ ਗਿਆ, ਫਿਰ ਇਹ ਵਿਰਾਗੀ ਹੋ ਜਾਂਦਾ। ਫਿਰ ਵਿਰਾਗੀ ਹੋਇਆ ਹੋਇਆ ਮਨ ਹੀ ਇਹ ਬੇਨਤੀ ਕਰਦਾ ਵੀ ਕਿਹੜਾ ਸਮਾਂ ਹੋਵੇ ਮੇਰਾ ਪਤੀ ਪਰਮੇਸ਼ਰ ਆਵੇ, ਘਰ ਦੇ ਵਿੱਚ ਮੇਰੇ ਹਿਰਦੇ 'ਚ ਪ੍ਰਗਟ ਹੋਵੇ ਤੇ ਮੇਰੇ ਅੰਦਰ ਪ੍ਰਕਾਸ਼ ਹੋ ਜੀ। ਫਿਰ ਇਸੇ ਵਾਸਤੇ ਜੀ ਬਾਬਾ ਕਬੀਰ ਜੀ ਕਹਿੰਦੇ, ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲਿਓ ਸਾਸਾ, ਔਰ ਨਾ ਭੀਜੇ ਪੱਗ ਨਾ ਖੀਸੇ, ਹਰ ਦਰਸ਼ਨ ਕੀ ਆਸਾ। ਬਈ ਫਿਰ ਜਿਹੜਾ ਮਨ ਹੈ ਉਹ ਥੱਕਦਾ ਨਹੀਂ, ਉਹ ਅੱਕਦਾ ਨਹੀਂ ਹੈ ਵੀ ਕਿਹੜਾ ਸਮਾਂ ਹੋਵੇ ਮਾਲਕ ਦੇ ਨਾਲ ਮਿਲਾਪ ਹੋਵੇ, ਕਦੋਂ ਮੇਰੇ ਹਿਰਦੇ 'ਚ ਪ੍ਰਗਟ ਹੋਵੇ। ਉਹਦੇ ਵਾਸਤੇ ਫਿਰ ਬੇਨਤੀਆਂ ਜੋਦੜੀਆਂ। ਤੇ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਵਿਚਾਰਨਾ ਸਹਿਜ ਵੀ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਆਪਾਂ ਵੀ ਗੁਰੂ ਦੀ ਮੱਤ ਲੈ ਕੇ ਆਪਦੇ ਜੀਵਨ ਨੂੰ ਸਫਲ ਕਰ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ
ਸ਼ਬਦ ਬੋਲਿਆ ਗਿਆ ਹੋਵੇ। ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।